ਉਹਨੂੰ ਕਿਉਂਕਿ ਜਿਨ੍ਹਾਂ ਨੇ ਹੁਣ ਪਨਾਹ ਦਿੱਤੀ ਉਹਨਾਂ ਨੇ ਤਾਂ ਰੌਲਾ ਪਾਉਣਾ ਹੀ ਹੈ। ਉਹਨਾਂ ਨੇ ਜਿਹੜੀ ਤਾਲਿਬਾਨ ਹਕੂਮਤ ਅਫਗਾਨਿਸਤਾਨ ਦੀ, ਜਿਹਨੂੰ ਪਾਵਰ ਚ ਲਿਆਉਣ 'ਚ ਪਾਕਿਸਤਾਨ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ। ਔਰ ਜੇ ਅਫਗਾਨਾਂ ਦੇ ਜੇ ਕਹਿਣ ਨੂੰ ਤਾਂ ਕਹੀ ਜਾਓ ਕਿ ਜੀ ਇਹ ਇੰਨੇ ਬਹਾਦਰ ਵੀ ਇਹਨਾਂ ਨੇ ਸੋਵੀਅਤ ਯੂਨੀਅਨ ਨੂੰ ਡਿਫੀਟ ਕੀਤਾ, ਫਿਰ 20 ਸਾਲ ਅਮਰੀਕਾ ਨੈਟੋ ਨੂੰ ਕੀਤਾ, ਅਸੀਂ ਵੀ ਕਹਿੰਦੇ, ਲੇਕਿਨ ਕੀ ਉਹ ਪਾਕਿਸਤਾਨ ਦੀ ਫੌਜ, ਪਾਕਿਸਤਾਨ ਦੇ ਲੜਾਕਿਆਂ ਜਾਂ ਪਾਕਿਸਤਾਨ ਦੀ ਮਦਦ ਤੋਂ ਬਿਨਾਂ ਸੰਭਵ ਸੀ? ਬਿਲਕੁਲ ਨਹੀਂ ਸੀ। ਇੰਡੀਆ ਦਾ ਤੁਸੀਂ ਹਾਲ ਦੇਖ ਲਓ, ਹੁਣ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਔਰ ਇਹਨਾਂ ਦੇ ਮੀਡੀਆ ਨੇ ਹੈਡਲਾਈਨ ਲਾਈ, ਇੰਡੀਆ unequivocally condemns Pakistani bombing of Afghan targets. India condemns Pakistani air strikes on innocent Afghan civilians, denouncing Islamabad's habit of blaming neighbors for internal failures. ਦੇਖੋ ਇਹਨਾਂ ਦੀ ਹਮਦਰਦੀ ਉਹਨਾਂ ਦੇ ਵੀ ਤੁਸੀਂ ਆਪਣੇ ਸਿਵਿਲੀਅਨਸ ਨਾਲ ਕੀ ਕੀਤਾ, ਆਪਣੇ ਮੁਸਲਮਾਨਾਂ ਨਾਲ, ਸਿੱਖਾਂ ਨਾਲ, ਦਲਿਤਾਂ ਨਾਲ, ਆਪਣੇ ਲੋਕਾਂ ਨਾਲ ਕੀ ਕਰ ਰਹੇ ਹੋ। ਫਿਰ ਇਕੱਲਾ ਇਹ ਨਹੀਂ ਹੈ, ਜੇ ਉੱਥੇ ਉਹ ਲੜ ਰਹੇ ਸੀ ਤੇ 6 ਮਿਲੀਅਨ ਅਫਗਾਨ ਬੀਬੀਆਂ, ਬੱਚੇ, ਬਜ਼ੁਰਗ ਔਰ ਦੂਜੇ ਪਾਕਿਸਤਾਨ ਦੇ ਵਿੱਚ ਰਿਫਿਊਜੀ ਬਣ ਕੇ ਬੈਠੇ ਸੀ। ਹੁਣ ਜੇ ਉਹਨਾਂ ਨੂੰ ਰਿਫਿਊਜੀ ਨਾ ਲਿਆ ਹੁੰਦਾ ਜਾਂ ਪਾਕਿਸਤਾਨ ਨੇ ਉਹਨਾਂ ਨੂੰ ਨਾ ਸੰਭਾਲਿਆ ਹੁੰਦਾ ਤੇ ਜਿਹੜੇ ਲੜਨ ਵਾਲੇ ਨੇ ਉਹ ਲੜ ਕਿਹੜੇ ਪਾਸੇ ਹੋ ਸਕਦੇ ਸੀ। ਹਕੀਕਤ ਦੇ ਵਿੱਚ ਇਹ ਨਹੀਂ ਹੈ ਵੀ ਅਸੀਂ ਕਿਸੇ ਇੱਕ ਨੂੰ ਪ੍ਰੋ ਜਾਂ ਇੱਕ ਦੇ ਫਾਰ ਹੈ। ਮੈਂ ਤਾਂ ਇੱਕ ਫੈਕਚੁਅਲ ਗੱਲ ਕਰ ਰਿਹਾ। ਔਰ ਇਧਰ ਉਹ ਭਾਰਤ ਜਿਹਨੇ ਮੁਸਲਮਾਨਾਂ ਦਾ ਜਿਉਣਾ ਹਰਾਮ ਕੀਤਾ ਹੋਇਆ ਹੈ, ਜਿਹੜਾ ਹਰ ਚੀਜ਼ ਜਿਹੜਾ ਉਹ ਸਟੇਟ ਇੱਕ ਟੈਰਰਿਸਟ ਸਟੇਟ ਬਣੀ ਹੋਈ ਹੈ। ਹੁਣ ਜੇ ਉਹਨਾਂ ਔਰ ਮੈਨੂੰ ਇਹ ਲੱਗਦਾ ਕਿ ਇਹ ਜਿਹੜੀ ਹਕੂਮਤ ਅਫਗਾਨਿਸਤਾਨ ਚ ਤਾਲਿਬਾਨ ਦੀ ਬਣੀ, ਇਨੀਸ਼ੀਅਲੀ ਤਾਂ ਜਦੋਂ ਇਹਨਾਂ ਦੀ ਪੀਸ ਡੀਲ ਹੋ ਰਹੀ ਸੀ ਟਰੰਪ ਦੇ ਇਨੀਸ਼ੀਏਟਿਵ ਦੇ ਉੱਤੇ, ਤੇ ਇਹਨਾਂ ਨੇ ਸ਼ਰਤ ਇਹ ਰੱਖੀ ਸੀ ਵੀ ਇੰਡੀਆ ਦਾ ਹਿੱਸਾ ਨਹੀਂ ਹੋਣਾ ਚਾਹੀਦਾ। ਸੋ ਪਾਕਿਸਤਾਨ ਨੇ ਫੈਸਿਲਿਟੇਟ ਕੀਤੀ, ਦੋਹਾ ਕਤਰ ਦੇ ਵਿੱਚ ਹੋਈ, ਪਾਕਿਸਤਾਨ ਨੇ ਉਸ ਨੂੰ ਜਿਹੜਾ ਵੈਲਕਮ ਕੀਤਾ। ਔਰ ਹੁਣ ਵੀ ਮਤਲਬ ਸਭ ਤੋਂ ਜ਼ਿਆਦਾ ਮਦਦ, ਕਿਉਂਕਿ ਅਫਗਾਨਿਸਤਾਨ ਲੈਂਡਲੌਕਡ ਕੰਟਰੀ ਹੈ, ਉਹ ਕਰਾਚੀ ਤੋਂ ਹੋਏ, ਦੂਜੇ ਤੋਂ ਹੋਏ, ਵਾਇਆ ਪਾਕਿਸਤਾਨ ਚਮਨ ਬਾਰਡਰ ਹੈ ਜਾਂ ਵਾਇਆ ਜਲਾਲਾਬਾਦ, ਦੂਜਾ ਪਾਕਿਸਤਾਨ ਜਿਹੜਾ ਅਫਗਾਨਿਸਤਾਨ ਤੱਕ ਪਹੁੰਚਦਾ। ਪਰ ਜੇ ਤੁਸੀਂ ਅਫਗਾਨਿਸਤਾਨ ਦੀ ਟੈਰੀਟਰੀ ਨੂੰ ਉਸ ਇੱਕ ਦਹਿਸ਼ਤਗਰਦ ਗਰੁੱਪ ਜਿਹੜਾ ਪਾਕਿਸਤਾਨ 'ਚ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਕਰਦਾ ਹੈ, ਉਹਨਾਂ ਦੇ ਅੱਡੇ ਬਣਾ ਕੇ ਉਹਨਾਂ ਨੂੰ ਐਨਕਰੇਜ ਕਰਦੇ ਹੋ, ਪਾਕਿਸਤਾਨ ਦੇ ਕੋਲ ਕਿਹੜੀ ਚੋਇਸ ਹੈ? ਅਲਟੀਮੇਟਲੀ ਉਹਨਾਂ ਨੇ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ। ਪਰ ਔਰ ਇਹ ਜਿਹੜਾ ਉਹ ਅਫਗਾਨ ਤਾਲਿਬਾਨ ਜਿਹਨਾਂ ਨੂੰ ਇਹ ਕਹਿੰਦੇ ਸੀ ਜੀ ਇਹਨਾਂ ਨੇ ਕਾਬੁਲ ਦੇ ਵਿੱਚ ਹਮਲਾ ਕਰਤਾ, ਔਰ ਦੂਜਾ ਸਾਡੇ ਕੌਂਸੂਲੇਟ ਤੇ, ਔਰ ਦੂਜੇ ਹੁਣ ਅੱਜ ਇਹ ਬੜੇ ਪਿਆਰੇ ਹੋ ਗਏ ਨੇ। ਔਰ ਮੈਨੂੰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਕਿਉਂਕਿ ਫਾਈਨੈਂਸ਼ੀਅਲ ਕਰੰਚ ਹੈ, ਅਫਗਾਨ ਗਵਰਨਮੈਂਟ ਹੈਂਡਲ ਨਹੀਂ ਕਰ ਪਾ ਰਹੀ। ਇੰਟਰਨੈਸ਼ਨਲੀ ਵੀ ਹਾਲਾਂ ਅਮਰੀਕਾ ਨੇ ਥੋੜਾ ਬਹੁਤ ਰਿਲੀਜ਼ ਕੀਤੀ ਮਨੀ ਜਿਹੜੀ ਸੀ ਇਹਨਾਂ ਲਈ। ਲਾਅ ਇਹਨਾਂ ਨੇ ਉਹੀ ਇਸਲਾਮੀ ਸ਼ਰੀਆ ਦੇ ਨਾਂ ਥੱਲੇ ਔਰਤਾਂ ਦੇ ਹੱਕ ਦੂਜੇ ਤੀਜੇ ਉਹ ਬਿਲਕੁਲ ਬਰੂਟਲ ਨੇ। ਔਰ ਇੰਡੀਆ ਜਿਹੜਾ ਇਹਨੇ ਪੈਸੇ ਦੇ ਕੇ ਖਰੀਦ ਲਏ ਨੇ। ਔਰ ਇਹ ਉਹਨਾਂ ਦਾ ਨਤੀਜਾ ਇਹ ਹੈ ਕਿ ਵੀ ਇਹ ਹੁਣ ਉਹਨਾਂ ਰਾਹੀਂ ਪਾਕਿਸਤਾਨ ਦੀ ਟੈਰੀਟਰੀ 'ਚ ਵੀ ਹਮਲੇ ਕਰਵਾ ਰਹੇ ਨੇ। ਔਰ ਜੇ ਪਾਕਿਸਤਾਨ ਨੇ ਜਵਾਬੀ ਕਾਰਵਾਈ ਕੀਤੀ ਤਾਂ ਸਿਰਫ ਤੇ ਸਿਰਫ ਇੱਕ ਇੰਡੀਆ ਜਿਹੜਾ ਆਫੀਸ਼ੀਅਲੀ ਇਹ ਕਮੈਂਟ ਕਰ ਰਿਹਾ। ਅਦਰਵਾਈਜ਼ ਜਿਹੜਾ ਉਹ ਇਹ ਕਹਿਣਗੇ, ਹੁਣ ਰੂਸ ਦੇ ਖਿਲਾਫ ਤਾਂ ਬੋਲਣ ਨੂੰ ਤਿਆਰ ਨਹੀਂ ਵੀ ਯੂਕਰੇਨ 'ਚੋਂ ਕੀ ਕਰ ਰਿਹਾ ਰਸ਼ੀਆ, ਕਿਵੇਂ ਇਨੋਸੈਂਟਸ ਦੇ ਉੱਤੇ ਉਹਨਾਂ ਦੇ ਸਿਵਿਲੀਅਨ ਟਾਰਗੇਟਸ ਕੀਤੇ ਨੇ। ਤੇ ਈਡਾ ਹੇਜ ਜਿਹੜਾ ਜਾਗਿਆ ਹੋਇਆ ਹੈ, ਸਾਨੂੰ ਇਹ ਲੱਗਦਾ ਕਿ ਵੀ ਇਹ ਘਟੀਆ ਪੋਲਿਟਿਕਸ ਹੈ ਔਰ ਇਹਦਾ ਫਿਰ ਖਮਿਆਜ਼ਾ ਇਹਨਾਂ ਨੂੰ ਹੀ ਅਲਟੀਮੇਟਲੀ ਭੋਗਣਾ ਪੈ ਰਿਹਾ ਜੀ। ਹਾਂਜੀ, ਚਲੋ ਸਭ ਤੁਸੀਂ ਠੀਕ ਕਹਿ ਰਹੇ ਹੋ। ਕਈ ਵਾਰ ਅਫਸੋਸ ਵੀ ਹੁੰਦਾ ਹੈ ਆਪਣੇ ਲੋਕਾਂ ਦੇ ਉੱਤੇ ਕਿ ਭਾਈ ਅਸੀਂ ਹੋਰ ਕਿੰਨੀ ਤਬਾਹੀ ਦੇਖਾਂਗੇ ਬਿਫੋਰ ਸਾਨੂੰ ਸਮਝ ਆਏ ਕਿ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਮੌਜੂਦਾ ਪਾਕਿਸਤਾਨ ਹੈ, ਜਿਹਦਾ ਇੱਕ ਵੱਡਾ ਹਿੱਸਾ ਪੰਜਾਬ ਹੈ ਔਰ ਉਹਦੇ ਚ ਸਿੰਧ ਔਰ ਬਲੋਚਿਸਤਾਨ ਔਰ ਦੂਸਰੇ, ਇਹਨਾਂ ਨੇ ਤਾਂ ਕਦੇ ਇਹਨਾਂ ਹਿੰਦੂ ਤਵੀਆਂ ਤੇ ਜਾਂ ਰੈਸਟ ਆਫ ਇੰਡੀਆ ਦੇ ਉੱਤੇ ਜਿਹੜਾ ਕਦੇ ਹਮਲੇ ਨਹੀਂ ਕੀਤੇ, ਜਿਨ੍ਹਾਂ ਦੇ ਨਾਲ ਇਹ ਹੇਜ ਬੜਾ ਜਗਾਉਂਦੇ ਨੇ ਜਾਂ ਹੁਣ ਹੋਰ ਵੀ ਜਗਾ ਰਹੇ ਨੇ ਤਾਲਿਬਾਨ ਹਾਕਮ ਅਫਗਾਨਿਸਤਾਨ ਮੌਜੂਦਾ ਦੇ, ਜਿਸ ਮੌਜੂਦਾ ਅਫਗਾਨਿਸਤਾਨ ਦਾ ਪਿਓ ਅਹਿਮਦ ਸ਼ਾਹ ਅਬਦਾਲੀ ਹੈ। ਇਹ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਈਡਾ ਇੱਕ ਪਾਸੇ ਤਾਂ ਤੁਸੀਂ ਮੁਸਲਮਾਨਾਂ ਦੇ ਨਾਲ ਪੁੱਜ ਕੇ ਨਫ਼ਰਤ ਕਰਦੇ ਹੋ, ਭਾਰਤ ਦੇ ਮੁਸਲਮਾਨਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ। ਦੂਸਰੇ ਪਾਸੇ ਆਲ ਆਫ ਏ ਸਡਨ ਜਿਹੜਾ ਹੈ ਤਾਲਿਬਾਨ ਦੇ ਨਾਲ ਇੰਨੀ ਮੁਹੱਬਤ, ਜਿਹੜੇ ਕਿ ਜਿਨ੍ਹਾਂ ਨੇ ਵਿਦਨ ਪਾਕਿਸਤਾਨ ਸਕੂਲਾਂ ਤੇ ਹਮਲੇ ਕੀਤੇ, ਜਿਹੜਾ ਇੱਕ ਤਾਂ ਤਾਲਿਬਾਨ ਦੀ ਹਕੂਮਤ ਹੈ, एक तहरीके तालिबान है जिन्होंने ने शेल्टर ली हुई है अफगानिस्तान। पाकिस्तान लाइव के मुअज़्ज़िज़ नाज़रीन, अस्सलामु अलैकुम। पाकिस्तान की कुर्बानियों का जिक्र करते हुए भारतीय सिख रहनुमा ने एक अहम पैगाम दिया जो हर पाकिस्तानी के लिए बाइस फ़ख्र है। उन्होंने कहा कि पाकिस्तान ने न सिर्फ अफगान मुहाजिरीन को 6 मिलियन की तादाद में पनाह दी, बल्कि अपनी मईशत, वसाइल और अमन की कुर्बानी देकर अफगान भाइयों की मदद की। उन्होंने मजीद कहा कि दुनिया को पाकिस्तान के इन इक़दामात को तस्लीम करना चाहिए जो इंसानी तारीख में बेमिसाल हैं। इसके साथ ही उन्होंने अफगान अवाम को मुखातिब करते हुए कहा कि वो इस हकीकत को समझे कि पाकिस्तान ने हमेशा उनके साथ भाईचारे का मुजाहिरा किया है, जबकि भारत सिर्फ अपनी सियासत चमकाने और खित्ते में बदअमनी फैलाने में मसरूफ रहा है। भारतीय मीडिया के झूठे प्रोपेगेंडे को बेनकाब करते हुए उन्होंने ये भी कहा कि भारत ने कभी अफगान अवाम की मदद नहीं की, बल्कि उनके मसाइल को मजीद बढ़ाने की कोशिश की।
भारतीय हुकूमत और मीडिया का असल मकसद सिर्फ पाकिस्तान के खिलाफ जहर उगलना है, लेकिन हकीकत यह है कि पाकिस्तान ने न सिर्फ अफगानिस्तान बल्कि पूरे खित्ते के अमन के लिए काम किया है। ये वीडियो सोशल मीडिया पर वायरल हो चुकी है, खासतौर पर भारत में, जहां लोगों ने भारतीय मीडिया को झूठा और मुनाफिक करार दिया है। अफगान अवाम ने भी इस वीडियो पर रद्द-ए-अमल दिया और पाकिस्तान के हक में मोहब्बत और तशक्कुर के जज्बात का इजहार किया। नाजरीन, इस वीडियो ने एक बार फिर साबित किया कि पाकिस्तान हमेशा अमन और भाईचारे के लिए खड़ा रहा है और भारतीय प्रोपेगेंडा जितना भी जोर लगा ले, सच्चाई को छुपाया नहीं जा सकता। ये वीडियो न सिर्फ भारत में तहलका मचा रही है, बल्कि दुनिया भर में ये बहस जारी है कि पाकिस्तान की कुर्बानियों को आलमी सतह पर तस्लीम क्यों नहीं किया जाता। सिख रहनुमा ने आलमी बरादरी को भी मुखातिब किया और कहा कि वो भारत के प्रोपेगेंडे का शिकार न हो, पाकिस्तान के इन तारीखी इक़दामात को तस्लीम करें जो उसने खित्ते में अमन और इस्तेहकाम के लिए किए हैं। उनका इस हवाले से मजीद क्या कहना था, इस वीडियो में देखें। वीडियो में आगे बढ़ने से पहले हमारे चैनल पाकिस्तान लाइव को सब्सक्राइब जरूर करें ताकि आने वाली वीडियो अपडेट से आगाह रहें। ਅਫਗਾਨਿਸਤਾਨ ਦੀ ਹਕੂਮਤ ਨਾਲ ਤਾਂ ਪਾਕਿਸਤਾਨ ਦੀ ਹਕੂਮਤ ਦਾ ਕੋਈ ਰੌਲਾ ਨਹੀਂ ਸੀ ਜਦੋਂ ਤੱਕ ਉਹਨਾਂ ਨੇ ਤਹਿਰੀਕੇ ਤਾਲਿਬਾਨ ਵਾਲਿਆਂ ਨੇ ਆਪਣੇ ਉਹਨਾਂ ਹਾਈਡਆਊਟਸ ਚੋਂ ਜਿਹੜੇ ਅਫਗਾਨਿਸਤਾਨ 'ਚ ਨੇ ਇਧਰ ਹਮਲੇ ਕਰਕੇ ਪਾਕਿਸਤਾਨ ਦੇ ਸਿਵਿਲੀਅਨਸ ਨੂੰ ਜਾਂ ਉਹਨਾਂ ਦੀਆਂ ਚੌਕੀਆਂ ਉਡਾਣੀਆਂ ਜਾਂ ਉਹਨਾਂ ਤੇ ਹਮਲੇ ਨਹੀਂ ਸ਼ੁਰੂ ਕੀਤੇ। ਸੋ ਕਿਉਂਕਿ ਇਹ ਲਗਾਤਾਰਤਾ ਨਾਲ ਚੱਲ ਰਿਹਾ ਸੀ, ਪਿਛਲੇ ਦਿਨਾਂ 'ਚ ਦਸੰਬਰ ਦੇ ਅਖੀਰਲੇ ਦਿਨਾਂ 'ਚ ਪਾਕਿਸਤਾਨ ਦੀ 에ਅਰ ਫੋਰਸ ਨੇ ਅਕ੍ਰੋਸ ਦਾ ਬਾਰਡਰ ਇੱਕ ਪਿੰਡ ਜਿਹੜਾ ਕਿ ਵੱਡਾ ਕੈਂਪ ਸੀ ਤਹਿਰੀਕੇ ਤਾਲਿਬਾਨ ਦੇ ਦਹਿਸ਼ਤਗਰਦਾਂ ਦਾ, ਉਸ ਤੇ ਬੰਬਾਰਡਮੈਂਟ ਕੀਤੀ ਔਰ ਉਹਦਾ ਜਿਹੜਾ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ। ਹੁਣ ਉਹਨੂੰ ਕਿਉਂਕਿ ਜਿਨ੍ਹਾਂ ਨੇ ਹੁਣ ਪਨਾਹ ਦਿੱਤੀ ਉਹਨਾਂ ਨੇ ਤਾਂ ਰੌਲਾ ਪਾਉਣਾ ਹੀ ਹੈ। ਉਹਨਾਂ ਨੇ ਜਿਹੜੀ ਤਾਲਿਬਾਨ ਹਕੂਮਤ ਅਫਗਾਨਿਸਤਾਨ ਦੀ ਜਿਹਨੂੰ ਪਾਵਰ ਚ ਲਿਆਉਣ 'ਚ ਪਾਕਿਸਤਾਨ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ। ਔਰ ਜੇ ਅਫਗਾਨਾਂ ਦੇ ਜੇ ਕਹਿਣ ਨੂੰ ਤਾਂ ਕਹੀ ਜਾਓ ਕਿ ਜੀ ਇਹ ਇੰਨੇ ਬਹਾਦਰ ਵੀ ਇਹਨਾਂ ਨੇ ਸੋਵੀਅਤ ਯੂਨੀਅਨ ਨੂੰ ਡਿਫੀਟ ਕੀਤਾ, ਫਿਰ 20 ਸਾਲ ਅਮਰੀਕਾ ਨੈਟੋ ਨੂੰ ਕੀਤਾ, ਅਸੀਂ ਵੀ ਕਹਿੰਦੇ, ਲੇਕਿਨ ਕੀ ਉਹ ਪਾਕਿਸਤਾਨ ਦੀ ਫੌਜ, ਪਾਕਿਸਤਾਨ ਦੇ ਲੜਾਕਿਆਂ ਜਾਂ ਪਾਕਿਸਤਾਨ ਦੀ ਮਦਦ ਤੋਂ ਬਿਨਾਂ ਸੰਭਵ ਸੀ? ਬਿਲਕੁਲ ਨਹੀਂ ਸੀ। ਪਰ ਕੱਲਾ ਇਹ ਨਹੀਂ ਹੈ, ਜੇ ਉੱਥੇ ਉਹ ਲੜ ਰਹੇ ਸੀ ਤੇ 6 ਮਿਲੀਅਨ ਅਫਗਾਨ ਬੀਬੀਆਂ, ਬੱਚੇ, ਬਜ਼ੁਰਗ ਔਰ ਦੂਜੇ ਪਾਕਿਸਤਾਨ ਦੇ ਵਿੱਚ ਰਿਫਿਊਜੀ ਬਣ ਕੇ ਬੈਠੇ ਸੀ। ਹੁਣ ਜੇ ਉਹਨਾਂ ਨੂੰ ਰਿਫਿਊਜੀ ਨਾ ਲਿਆ ਹੁੰਦਾ ਜਾਂ ਪਾਕਿਸਤਾਨ ਨੇ ਉਹਨਾਂ ਨੂੰ ਨਾ ਸੰਭਾਲਿਆ ਹੁੰਦਾ ਤੇ ਜਿਹੜੇ ਲੜਨ ਵਾਲੇ ਨੇ ਉਹ ਲੜ ਕਿਹੜੇ ਪਾਸੇ ਹੋ ਸਕਦੇ ਸੀ? ਹਕੀਕਤ ਦੇ ਵਿੱਚ ਇਹ ਨਹੀਂ ਹੈ ਵੀ ਅਸੀਂ ਕਿਸੇ ਇੱਕ ਨੂੰ ਪ੍ਰੋ ਜਾਂ ਇੱਕ ਦੇ ਫਾਰ ਹੈ। ਮੈਂ ਤਾਂ ਇੱਕ ਫੈਕਚੁਅਲ ਗੱਲ ਕਰ ਰਿਹਾ। ਔਰ ਇਧਰ ਉਹ ਭਾਰਤ ਜਿਹਨੇ ਮੁਸਲਮਾਨਾਂ ਦਾ ਜਿਉਣਾ ਹਰਾਮ ਕੀਤਾ ਹੋਇਆ ਹੈ, ਜਿਹੜਾ ਹਰ ਚੀਜ਼ ਜਿਹੜਾ ਉਹ ਸਟੇਟ ਇੱਕ ਟੈਰਰਿਸਟ ਸਟੇਟ ਬਣੀ ਹੋਈ ਹੈ। ਹੁਣ ਜੇ ਉਹਨਾਂ ਔਰ ਮੈਨੂੰ ਇਹ ਲੱਗਦਾ ਕਿ ਜਿਹੜੀ ਹਕੂਮਤ ਅਫਗਾਨਿਸਤਾਨ ਚ ਤਾਲਿਬਾਨ ਦੀ ਬਣੀ ਇਨੀਸ਼ੀਅਲੀ ਤਾਂ ਜਦੋਂ ਇਹਨਾਂ ਦੀ ਪੀਸ ਡੀਲ ਹੋ ਰਹੀ ਸੀ ਟਰੰਪ ਦੇ ਇਨੀਸ਼ੀਏਟਿਵ ਦੇ ਉੱਤੇ, ਤੇ ਇਹਨਾਂ ਨੇ ਸ਼ਰਤ ਇਹ ਰੱਖੀ ਸੀ ਵੀ ਇੰਡੀਆ ਦਾ ਹਿੱਸਾ ਨਹੀਂ ਹੋਣਾ ਚਾਹੀਦਾ। ਸੋ ਪਾਕਿਸਤਾਨ ਨੇ ਫੈਸਿਲਿਟੇਟ ਕੀਤੀ, ਦੋਹਾ ਕਤਰ ਦੇ ਵਿੱਚ ਹੋਈ, ਪਾਕਿਸਤਾਨ ਨੇ ਉਸ ਨੂੰ ਜਿਹੜਾ ਵੈਲਕਮ ਕੀਤਾ। ਔਰ ਹੁਣ ਵੀ ਮਤਲਬ ਸਭ ਤੋਂ ਜ਼ਿਆਦਾ ਮਦਦ ਕਿਉਂਕਿ ਅਫਗਾਨਿਸਤਾਨ ਲੈਂਡਲੌਕਡ ਕੰਟਰੀ ਹੈ, ਉਹ ਕਰਾਚੀ ਤੋਂ ਹੋਏ, ਦੂਜੇ ਤੋਂ ਹੋਏ, ਵਾਇਆ ਪਾਕਿਸਤਾਨ ਚਮਨ ਬਾਰਡਰ ਹੈ ਜਾਂ ਵਾਇਆ ਜਲਾਲਾਬਾਦ, ਦੂਜਾ ਪਾਕਿਸਤਾਨ ਜਿਹੜਾ ਅਫਗਾਨਿਸਤਾਨ ਤੱਕ ਪਹੁੰਚਦਾ। ਪਰ ਜੇ ਤੁਸੀਂ ਅਫਗਾਨਿਸਤਾਨ ਦੀ ਟੈਰੀਟਰੀ ਨੂੰ ਉਸ ਇੱਕ ਦਹਿਸ਼ਤਗਰਦ ਗਰੁੱਪ ਜਿਹੜਾ ਪਾਕਿਸਤਾਨ 'ਚ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਕਰਦਾ ਹੈ, ਉਹਨਾਂ ਦੇ ਅੱਡੇ ਬਣਾ ਕੇ ਉਹਨਾਂ ਨੂੰ ਐਨਕਰੇਜ ਕਰਦੇ ਹੋ, ਪਾਕਿਸਤਾਨ ਦੇ ਕੋਲ ਕਿਹੜੀ ਚੁਆਇਸ ਹੈ? ਅਲਟੀਮੇਟਲੀ ਉਹਨਾਂ ਨੇ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ। ਪਰ ਇੰਡੀਆ ਦਾ ਤੁਸੀਂ ਹਾਲ ਦੇਖ ਲਓ।